पंजाब मेल यूएसए तुसी देख रहे हो। मेरा नाम जतिंदर सिंह खैरा। प्रोग्राम पंजाब चर्चा च तुहाडा एक बार फिर तो स्वागत है। ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਇਮੀਗ੍ਰੇਸ਼ਨ ਐਕਸਪਰਟ ਅਰਵਿੰਦਰਪਾਲ ਸਿੰਘ ਨੇ, ਜਿਨ੍ਹਾਂ ਦੀ ਕੰਪਨੀ ਹੈ ਰਾਇਲ ਟਰੈਵਲ। ਗੱਲ ਕਰਾਂਗੇ H1B1 ਵੀਜ਼ਾ ਬਾਰੇ ਕਿ ਇਹ ਵੀਜ਼ਾ ਹੈ ਕੀ, ਵੀਜ਼ੇ ਦੇ ਉੱਤੇ ਕਿਹੜੇ-ਕਿਹੜੇ ਖਦਸ਼ੇ ਨੇ ਟਰੰਪ ਸਰਕਾਰ ਤੋਂ। ਤੁਹਾਡਾ ਸਵਾਗਤ ਹੈ ਸਾਡੇ ਸਟੂਡੀਓ ਅੰਦਰ। ਬਹੁਤ ਸ਼ੁਕਰੀਆ ਔਰ ਵੇਖਣ ਵਾਲੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ, ਜਦੋਂ ਅਸੀਂ ਗੱਲ ਕਰਦੇ ਹਾਂ H1B1 ਵੀਜ਼ਾ ਦੀ, ਇਹ ਬੇਸਿਕਲੀ ਵੀਜ਼ਾ ਹੈ ਕੀ? ਇਹ ਬੇਸਿਕਲੀ ਜਿੰਨੇ ਤਕਰੀਬਨ ਪ੍ਰੋਫੈਸ਼ਨਲਸ ਨੇ ਜਾਂ ਉਹਦੇ ਚੋਂ ਅਗਰ ਇੰਡੀਆ ਦੀ ਗੱਲ ਕਰੀਏ ਤਾਂ ਉਹਦੇ 'ਚ ਬਹੁਤ ਸਾਰੇ ਜਿਹੜੇ IT ਪ੍ਰੋਫੈਸ਼ਨਲਸ ਨੇ ਜੋ US ਦੀਆਂ ਕੰਪਨੀਜ਼ ਵਿੱਚ ਕੰਮ ਕਰਦੇ ਨੇ, ਇਹ ਬੇਸਿਕਲੀ ਉਹਨਾਂ ਲਈ ਹੁੰਦਾ ਆ ਜੀ। ਜਾਂ ਬਹੁਤ ਸਾਰੀਆਂ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਨੇ ਜਿਹੜੀਆਂ ਅਲੱਗ-ਅਲੱਗ ਮੁਲਕਾਂ ਦੇ ਵਿੱਚ ਵੀ ਕਾਰੋਬਾਰ ਕਰ ਰਹੀਆਂ ਨੇ ਔਰ ਉਹਨਾਂ ਦਾ ਕੋਈ ਨਾ ਕੋਈ ਆਫਿਸ ਅਮਰੀਕਾ ਦੇ ਵਿੱਚ ਵੀ ਹੈ ਜੀ। ਸੋ ਓਬਵੀਅਸਲੀ ਇਹ ਇੱਕ ਤਰੀਕੇ ਨਾਲ ਇੰਪਲੋਇਮੈਂਟ ਵੀਜ਼ਾ ਆ ਜਿਹਦੇ ਵਿੱਚ ਕਿ ਤੁਸੀਂ ਜਾ ਕੇ ਲੀਗਲੀ ਕੰਮ ਕਰ ਸਕਦੇ ਹੋ ਵਰਕ ਪਰਮਿਟ ਦੇ ਉੱਪਰ ਜੀ। ਅੱਛਾ, ਜਦੋਂ ਤੋਂ ਇਹ ਟਰੰਪ ਸਰਕਾਰ ਆਈ ਹੈ ਲਗਾਤਾਰ ਇਹ ਕਹਿ ਰਹੀ ਹੈ ਕਿ H1B1 ਵੀਜ਼ਾ ਜਿਹੜਾ ਹੈ ਖਤਮ ਕੀਤਾ ਜਾਣਾ। ਵੱਖਰੀਆਂ ਖਬਰਾਂ ਆਉਂਦੀਆਂ, ਵੱਖਰੇ ਮੀਡੀਆ 'ਤੇ ਆਉਂਦੇ ਆ ਕਿ ਕਲੈਪਸ ਹੋ ਗਿਆ, ਖਤਮ ਹੋ ਗਿਆ ਹੈ, ਜਾਂ ਇਹਦੇ ਵਿੱਚ ਕੁਝ ਚੁਣਿੰਦਾ ਜਿਹੜੇ ਨੇ ਉਹ ਆਕੂਪੇਸ਼ਨ ਰਹਿ ਗਏ ਨੇ। ਇਹ ਦੱਸੋ ਕਿ ਜਦੋਂ ਦਾ ਇਹ ਟਰੰਪ ਸਰਕਾਰ ਰੱਖਿਆ ਨਾ ਇਹਦੇ ਪੈਰ ਸਿਆਸਤ ਦੇ ਵਿੱਚ, ਉਦੋਂ ਤੋਂ ਇਹ ਦੀਆਂ ਗੱਲਾਂ ਆਉਂਦੀਆਂ ਨੇ। ਇਹ ਖੈਰਾ ਸਾਹਿਬ ਅਸਲ 'ਚ ਨਾ ਗਲੋਬਲੀ ਥੋੜ੍ਹਾ ਬਹੁਤ ਜਿਹੜਾ ਨਾ ਪੋਲੀਟੀਕਲ ਸਿਸਟਮਸ ਚੇਂਜ ਹੋਏ ਆ, ਉਹਦੇ ਵਿੱਚ ਹੁਣ ਜਿੱਦਾਂ ਸਵਦੇਸ਼ੀ ਜਾਂ ਲੋਕਲਸ ਨੂੰ ਪ੍ਰੈਫਰੈਂਸ, ਇਹੋ ਜਿਹੇ ਮੁੱਦੇ ਹਮੇਸ਼ਾ ਇਲੈਕਸ਼ਨਸ ਟਾਈਮ 'ਤੇ ਹਮੇਸ਼ਾ ਹਾਈਲਾਈਟ ਰਹਿੰਦੇ ਨੇ ਔਰ ਓਬਵੀਅਸਲੀ ਇਹ ਸਾਲ ਇਲੈਕਸ਼ਨ ਈਅਰ ਵੀ ਹੈ। ਸੋ ਇਹ ਸੁਭਾਵਕ ਹੈ ਕਿ ਬਿਕੋਜ਼ ਜਿਸ ਤਰੀਕੇ ਨਾਲ ਤਕਰੀਬਨ ਬਹੁਤ ਸਾਰੇ ਮੁਲਕਾਂ ਦੇ ਵਿੱਚ ਲੋਕਲਸ ਨੂੰ ਫਾਇਦੇ ਗਿਣਾਏ ਜਾਂਦੇ ਨੇ, ਸੋ ਇਹ ਥੋੜ੍ਹਾ ਬਹੁਤ ਇੰਪੈਕਟ ਉਸ ਚੀਜ਼ ਦਾ ਟਰੰਪ ਗਵਰਨਮੈਂਟ ਨੇ ਵੀ ਇਸ ਦੇ ਉੱਪਰ ਪਾਇਆ ਹੈ ਜੀ। ਔਰ ਇਹਦੇ ਨਾਲ ਕਹਿਣ ਦੀ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਇਹ ਜਿਹੜੀਆਂ ਜੌਬਸ ਨੇ ਜਿਹੜੀਆਂ ਸਾਡੇ ਕੋਲ ਬਾਹਰਲੇ ਲੋਕ ਆ ਕੇ ਲੈਂਦੇ ਆ, ਸੋ ਇਹਦੇ ਵਿੱਚ ਲੋਕਲਸ ਨੂੰ ਮੌਕੇ ਦਿੱਤੇ ਜਾਣਗੇ ਅਤੇ ਲੋਕਲਸ ਦੀ ਇੰਪਲੋਏਬਿਲਟੀ ਵਧੇਗੀ ਜੀ। ਪਰ ਦੂਜੇ ਪਾਸੇ ਸੋਚਣ ਦੀ ਗੱਲ ਇਹ ਵੀ ਆ ਕਿ ਅਗਰ ਲੋਕਲਸ ਦੀ ਕਾਬਲੀਅਤ ਵਾਕਿਆ ਇੱਦਾਂ ਦੀ ਸੀ ਤਾਂ ਫਿਰ ਫੋਰਨਰ ਹਾਇਰ ਕੀਤਾ ਕਿਉਂ ਗਿਆ? ਬਿਕੋਜ਼ ਇਹ ਉਹ ਜੌਬਸ ਨੇ, ਇਹ ਆਰਡੀਨਰੀ ਜੌਬਸ ਨਹੀਂ ਆ। ਇਹ ਲਾਈਕ ਜਿਹਨੂੰ ਅਸੀਂ ਆਰਡੀਨਰੀ ਜੌਬਸ ਕੋਈ ਸ਼ਿਫਟ ਵਾਲੀਆਂ ਜਾਂ ਹਾਂ ਉੱਦਾਂ ਦੀਆਂ ਜੌਬਸ ਨਹੀਂ ਆ, ਕੋਈ ਗੈਸ ਸਟੇਸ਼ਨ 'ਤੇ ਲੱਗਾ ਜਾਂ ਕੋਈ ਹੈਲਪ ਡੈਸਕ 'ਤੇ ਲੱਗਾ, ਇਹ ਵਾਲੀਆਂ ਜੌਬਸ ਨਹੀਂ ਆ ਜੀ। ਇਹ ਵਾਲਿਆਂ ਦੀ ਸੈਲਰੀ ਇਹਨਾਂ ਜੌਬਸ ਦੀ ਤੁਸੀਂ ਵੇਖੋਗੇ ਪਰ ਆਵਰ $2,000 ਤੱਕ ਦੀ ਪਰ ਆਵਰ ਸੈਲਰੀ ਹੈ ਜੀ। ਸੋ ਓਬਵੀਅਸਲੀ ਇਹ ਅਲੱਗ ਕੈਲੀਬਰ ਦੇ ਲੋਕ ਨੇ, ਇਹ ਅਲੱਗ ਪ੍ਰੋਫਾਈਲ ਦੇ ਲੋਕ ਨੇ। ਬਿਕੋਜ਼ ਜਿਹੜੇ H1 ਦੇ ਉੱਪਰ ਜਾਂਦੇ ਨੇ ਉਹ ਐਗਜ਼ੈਕਟਲੀ, ਅਗਰ ਅਸੀਂ IT ਇੰਡਸਟਰੀ ਦੀ ਗੱਲ ਕਰੀਏ ਜੀ, ਕਿਸੇ ਜ਼ਮਾਨੇ 'ਚ ਸੀਗਾ ਕਿ ਟੂਰਿਜ਼ਮ ਸਭ ਤੋਂ ਵੱਡਾ ਮੋਬਿਲਾਈਜ਼ਿੰਗ ਫੈਕਟਰ ਹੁੰਦਾ ਸੀ ਕਿਸੇ ਵੀ ਇੰਡਸਟਰੀ, ਕਿਸੇ ਵੀ ਮੁਲਕ ਲਈ ਜਾਂ ਕਿਸੇ ਵੀ ਇੰਡਸਟਰੀ ਦੇ ਵਿੱਚ। ਸੋ ਉਹਨੂੰ ਰਿਪਲੇਸ ਕੀਤਾ ਹੋਇਆ IT ਨੇ। ਸੋ IT ਤੋਂ ਵੱਡਾ ਇਸ ਟਾਈਮ ਕੋਈ ਵੀ ਮੋਬਿਲਾਈਜ਼ਿੰਗ ਫੈਕਟਰ ਨਹੀਂ ਆ ਜੀ। ਔਰ ਇਹਨਾਂ ਦੀ ਇੰਪਲੋਏਬਿਲਟੀ ਸਭ ਤੋਂ ਵੱਧ ਕਿਤੇ ਨਾ ਕਿਤੇ ਉਹ IT ਸੈਕਟਰ ਦੇ ਵਿੱਚ ਬਾਕੀ ਕੈਲੀਫੋਰਨੀਆ ਹੱਬ ਹੈ ਸਾਡਾ IT ਦਾ, ਦੁਨੀਆ ਦਾ ਕਹਿ ਲਓ। ਔਰ ਉਹਦੇ ਵਿੱਚ ਵੀ ਅਗਰ ਤੁਸੀਂ ਅੰਕੜੇ ਦੇ ਉੱਪਰ ਝਾਤੀ ਮਾਰੋਗੇ ਤੇ US ਦੇ ਵਿੱਚ ਸਭ ਤੋਂ ਵੱਧ ਜਿਹੜੇ ਗ੍ਰੈਜੂਏਟਸ ਦੀ ਜਿਹੜੀ ਪਾਪੂਲੇਸ਼ਨ ਆ ਉਹ ਵੀ ਇੰਡੀਅਨਸ ਦੀ ਹੈ। ਲੋਕਲਸ ਯੂਨੀਵਰਸਿਟੀ ਪਾਸ ਆਊਟ ਸਟੂਡੈਂਟ ਤੁਹਾਨੂੰ ਬਹੁਤ ਘੱਟ ਮਿਲਣਗੇ। ਸੋ ਸਾਡੇ ਸਟੂਡੈਂਟਸ ਇੱਥੋਂ ਜਾਂਦੇ ਨੇ, ਉੱਥੇ ਪੜ੍ਹਦੇ ਨੇ, ਉਹ ਵੀ ਜੌਬਸ ਲੈਂਦੇ ਨੇ, ਜਿਹੜੇ ਇੱਥੇ ਨੌਕਰੀਆਂ ਕਰਦੇ ਨੇ। ਤੁਸੀਂ ਲਾਈਕ ਦਿੱਲੀ, ਬੰਬੇ, ਹੈਦਰਾਬਾਦ, ਕੈਲਕਟਾ, ਉੱਥੇ ਜਾ ਕੇ ਕੰਪਨੀਆਂ ਜੌਬਸ ਕਰਦੇ ਨੇ, ਉਹ ਵੀ ਇੱਥੇ ਮਾਈਗ੍ਰੇਟ ਹੁੰਦੇ ਨੇ। ਸੋ ਅਸਲ 'ਚ ਅਗਰ ਤੁਸੀਂ ਇਹਨਾਂ ਦੀ ਇਨਕਮ ਡਿਸਪੈਰਿਟੀ ਵੇਖੋਗੇ ਤਾਂ ਜਿਹੜੀ ਇਹ ਪਾਪੂਲੇਸ਼ਨ ਆ ਜੀ ਜਾਂ ਸਾਡੀ ਇੰਡੀਅਨਸ ਦੀ ਜਿਹੜੀ ਤਾਦਾਦ ਹੈ ਜੀ, ਇਹਨਾਂ ਦਾ ਇਨਕਮ ਵੀ ਲੋਕਲਸ ਨਾਲੋਂ ਆਲਮੋਸਟ ਡਬਲ ਹੈ। ਇੱਕ ਖਾਸ ਕੰਮ ਹੈ ਜਿਹਨੂੰ ਕਹੀਏ ਸਪੈਸ਼ਲਾਈਜੇਸ਼ਨ ਹੈ ਇੱਕ ਫੀਲਡ ਦੇ ਵਿੱਚ ਇਹਨਾਂ ਦੇ। ਐਗਜ਼ੈਕਟਲੀ। ਸੋ ਸਪੈਸ਼ਲਿਸਟ ਨੂੰ ਰਿਪਲੇਸ ਨਹੀਂ ਕੀਤਾ ਜਾ ਸਕਦਾ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਵੇਖੋਗੇ ਇਹਦੇ ਬੁਰੇ ਇਫੈਕਟ ਜਿਹੜੀ ਅਮਰੀਕਨ ਇਕੋਨਮੀ ਉੱਪਰ ਤੁਹਾਨੂੰ ਦਿਸਣ ਲੱਗ ਜਾਣਗੇ ਜੀ। ਅੱਛਾ, ਗੱਲ ਕਿਤੇ ਨਾ ਕਿਤੇ ਹੁੰਦੀ ਜਦੋਂ ਦਾ ਟਰੰਪ ਸਾਹਿਬ ਨੇ ਉਹਦਾ ਫੜਿਆ ਆ, ਇਹ ਨਸਲੀ ਵਿਤਕਰਾ ਜਿਹੜਾ ਹੈ ਉਹ ਲਗਾਤਾਰ ਤੂਲ ਫੜਦਾ ਆ ਰਿਹਾ। ਜੇ ਬਲੈਕ ਲਾਈਵਸ ਮੈਟਰ, ਉਹਨਾਂ ਨੇ ਬਾਰ-ਬਾਰ ਕਿਹਾ ਹੈ ਕਿ ਇੰਡੀਅਨਸ ਜਿਹੜੇ ਨੇ ਉਹਨਾਂ ਨੂੰ ਅਸੀਂ ਵੀਜ਼ਾ ਨਹੀਂ ਦੇਵਾਂਗੇ, H1 ਵੀਜ਼ਾ ਵਿਨ ਕਲੈਪਸ ਹੋ ਜਾਊਗਾ। ਤੁਹਾਨੂੰ ਲੱਗਦਾ ਕਿ ਨਸਲੀ ਜਿਹੜਾ ਆ ਇਹਨੂੰ ਦਿੱਤਾ ਜਾਂਦਾ ਰੋਕ? ਅਸਲ ਦੇ ਵਿੱਚ ਅਮਰੀਕਾ ਨੂੰ ਤੈਨੂੰ ਥੋੜ੍ਹਾ ਜਿਹਾ ਹੋਰ ਤਰੀਕੇ ਨਾਲ ਸਮਝਣ ਦੀ ਲੋੜ ਆ। ਅਮਰੀਕਾ ਬੇਸਿਕਲੀ ਮਲਟੀਨੈਸ਼ਨਲ ਕੰਟਰੀ ਆ ਜੀ। ਮਤਲਬ ਤੁਸੀਂ ਵੇਖੋ ਕਿ ਲੋਕਲਸ ਨਹੀਂ ਹੈਗੇ, ਆਲਮੋਸਟ 100% ਲੋਕ ਮਾਈਗ੍ਰੈਂਟਸ ਨੇ। ਸੋ ਉਹਦੇ 'ਚ ਇਹਨੂੰ ਮਤਲਬ ਮੁੱਦਾ ਬਣਾਇਆ ਜਾ ਰਿਹਾ, ਅਸਲ 'ਚ ਹੈ ਨਹੀਂ ਹੈ। ਪਰ ਜਿੱਦਾਂ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਰੈੱਡ ਇੰਡੀਅਨ ਨੇ ਉੱਥੇ ਉਹ ਹੁਣ ਤਾਂ ਐਗਜ਼ਿਸਟ ਨਹੀਂ ਕਰਦੇ, ਉਹ ਉੱਥੇ ਮਿਲਦੇ ਨਹੀਂ ਹੈ। ਮੂਲ ਰੂਪ ਜਿਹੜੇ ਵਸਨੀਕ ਤੇ ਉਹੀ ਨੇ, ਰੈੱਡ ਇੰਡੀਅਨਸ ਹੀ ਨੇ। ਪਰ ਹੁਣ ਗੋਰੇ ਜਿਹੜੇ ਨੇ, ਜਿਵੇਂ ਟਰੰਪ ਸਾਹਿਬ ਕਹਿ ਲਓ ਆਪ ਗੋਰੇ ਨੇ, ਉਹ ਕਹਿੰਦੇ ਜੀ ਅਸੀਂ ਆਪ ਹੀ ਹਾਂ, ਅਸੀਂ ਅਮਰੀਕਨ ਆ, ਅਸੀਂ ਮੂਲ। ਉਹ ਤਾਂ ਕਲੇਮ ਕਰਨ ਦੀ ਗੱਲ ਆ ਨਾ। ਜਿਹੜਾ ਬੱਚਾ ਜੰਮਿਆ ਉੱਥੇ ਉਹ ਅਮਰੀਕਨ ਆ, ਬਾਕੀ 100% ਮਾਈਗ੍ਰੈਂਟ ਨੇ। ਸੋ ਉਹਨੂੰ ਅਸੀਂ ਅਗਰ ਇਹ ਪੋਲੀਟੀਕਲ ਸਟੰਟ ਜ਼ਿਆਦਾ ਆ ਜੀ, ਬਿਕੋਜ਼ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਹਾਰਡ ਲਾਈਨ ਬਿਲੀਵਰਸ ਹੁੰਦੇ ਆ ਜੀ। ਤੁਸੀਂ ਇੱਥੇ ਅਗਰ ਇੰਡੀਆ ਦੀ ਗੱਲ ਕਰੋ, ਇੱਥੇ ਵੀ ਤੁਹਾਨੂੰ ਪਾਰਟੀ ਲਾਈਨ ਦੇ ਨਾਲ ਬਹੁਤ ਸਾਰੇ ਬਿਲੀਵਰਸ ਮਿਲ ਜਾਣਗੇ ਵੀ ਜੋ
ਸਾਡੀ ਸਰਕਾਰ ਨੇ ਕਹਿਤਾ ਅਸੀਂ ਉਹਦੇ ਉੱਪਰ ਮਤਲਬ ਅੱਖਾਂ ਬੰਦ ਕਰਕੇ ਤੁਰ ਜਾਂਦੇ ਆ, ਚਾਹੇ ਉਹਦਾ ਫਾਇਦਾ ਹੋਵੇ ਚਾਹੇ ਨੁਕਸਾਨ ਹੋਵੇ। ਉਹ ਰਾਤੋਂ ਰਾਤ ਥਾਲੀਆਂ ਵਜਾਉਣ ਨੂੰ ਲੌਜਿਕ ਦੇਣ ਲੱਗ ਪੈਂਦੇ ਨੇ ਵੀ ਇਹਦਾ ਕੋਈ ਨਾ ਕੋਈ ਲੌਜਿਕ ਜ਼ਰੂਰ ਹੋਏਗਾ, ਵੀ ਇਹ ਉੱਦਾਂ ਕਿਹਾ ਨਹੀਂ ਜਾ ਸਕਦਾ। ਔਰ ਤੁਸੀਂ ਉਹਦੀ ਗਣਨਾ ਮੰਨਣਾ ਤੁਸੀਂ ਵੇਖੋ ਧੱਕੇ ਨਾਲ ਹੀ ਬਣਾ ਕੇ ਪੇਸ਼ ਕਰ ਦਿੰਦੇ ਨੇ। ਸੋ ਇਸੇ ਤਰੀਕੇ ਨਾਲ ਹਾਰਡਲਾਈਨਰ ਸਾਰੇ ਪਾਸੇ ਨੇ। ਬਟ ਮੈਂ ਇਸ ਗੱਲ ਨਾਲ ਬਹੁਤ ਜ਼ਿਆਦਾ ਇਤਫਾਕ ਨਹੀਂ ਰੱਖਦਾ ਕਿ ਇਹ ਅਸਲ 'ਚ ਨਸਲੀ ਕਿਸੇ ਤਰ੍ਹਾਂ ਵਿਤਕਰਾ ਬਹੁਤ ਜ਼ਿਆਦਾ ਹੈਗਾ। ਹਾਂ, ਇਹ ਪੋਲੀਟੀਕਲ ਬਹੁਤ ਜ਼ਿਆਦਾ ਆ, ਬਿਕੋਜ਼ ਜਿਹੜੇ ਅਮਰੀਕਾ ਦਾ ਕਲਚਰ ਹੈ ਉਹ ਇਸ ਤਰੀਕੇ ਦਾ ਨਹੀਂ ਹੈਗਾ। ਉਹਦੇ ਵਿੱਚ ਸਾਰੇ ਲੋਕ ਇਕੱਠੇ ਰਹਿੰਦੇ ਨੇ, ਸ਼ੁਰੂ ਤੋਂ ਰਹਿੰਦੇ ਆ ਰਹੇ ਆ। ਔਰ ਅਗਰ ਇਹ ਹੋਣਾ ਹੁੰਦਾ ਤੇ ਅੱਜ ਨਹੀਂ ਹੁੰਦਾ, ਕਿਸੇ ਇੱਕ ਦੇ ਕਹਿਣ ਤੇ ਨਹੀਂ ਹੁੰਦਾ। ਜਿੱਦਾਂ ਸਾਡਾ ਚੰਡੀਗੜ੍ਹ ਆ ਕਿ ਉੱਥੇ ਕੋਈ ਨੇਟਿਵ ਕਹਿ ਲਓ, ਚੰਡੀਗੜ੍ਹ ਦਾ ਇਦਾਂ ਤਾਂ ਕੋਈ ਹੈ ਹੀ ਨਹੀਂ ਸਕਦਾ, ਬਿਲਕੁਲ ਨਹੀਂ ਹੈਗਾ। ਤੇ ਸਾਰੇ ਲੋਕ ਬਾਹਰੋਂ ਆ ਕੇ ਵਸੇ ਨੇ, ਜਿੱਥੇ ਉਹਦਾ ਕਲਚਰ ਉਹ ਉਦਾਂ ਦਾ ਹੀ ਹੋ ਗਿਆ। ਸੋ ਬੇਸਿਕਲੀ ਦੇ ਡੋਂਟ ਹੈਵ ਐਨੀ ਕਲਚਰ, ਜਾਂ ਤੁਸੀਂ ਕਹਿ ਲਓ ਵੀ ਜ਼ਿਆਦਾ ਹੀ ਕਲਚਰਸ ਇਨਵੋਲਵ ਹੋਏ ਪਏ। ਸੋ ਅਸਲ 'ਚ ਲਿਆਕਤ ਨੇ ਰੂਲ ਕਰਨਾ ਆ ਜੀ। ਸੋ H1 ਇਹਨਾਂ ਦੀ ਜ਼ਰੂਰਤ ਹੈ ਕਿ ਪੂਰੀ ਦੁਨੀਆ ਤੋਂ ਮਾਈਂਡ ਡਰੇਨ ਕਰਕੇ ਲਿਆਂਦੇ, ਔਰ ਇਸੇ ਚੀਜ਼ ਨੇ ਅਮਰੀਕਾ ਨੂੰ ਕਿਤੇ ਦਾ ਕਿਤੇ ਪਹੁੰਚਾਤਾ ਜੀ। ਪਰ ਅਗਰ ਇਹ ਇਸ ਪਾਸੇ ਨੂੰ ਤੁਰ ਜਾਣਗੇ ਕਿ ਇਹਨੂੰ ਪੋਲੀਟੀਕਲ ਸਟੰਟ ਬਣਾ ਕੇ ਕਿ ਲੋਕਲਸ ਨੂੰ ਮੁੱਦੇ ਹਾਈਲਾਈਟ ਕਰਕੇ ਕਿ ਤੁਹਾਡੇ ਲਈ ਜੌਬਸ, ਬਿਕੋਜ਼ ਉਹ ਡਿਜ਼ਰਵ ਹੀ ਨਹੀਂ ਕਰਦੇ, ਉਹਨਾਂ ਦੀਆਂ ਜੌਬਸ ਹੈ ਹੀ ਨਹੀਂ ਆ। ਇਹ ਜਿਹੜੀ ਜੌਬ ਮੇਰੇ ਕਾਬਿਲ ਹੈ ਨਹੀਂ, ਜਾਂ ਮੈਂ ਜੌਬ ਦੇ ਕਾਬਿਲ ਹੈ ਨਹੀਂ, ਉਹ ਜੌਬ ਐਗਜ਼ਿਸਟ ਨਹੀਂ ਕਰਦੀ ਮੇਰੇ ਲਈ। ਸੋ ਇਸ ਤਰੀਕੇ ਨਾਲ ਇਹਨੂੰ ਧੱਕੇ ਨਾਲ ਬਣਾਇਆ ਜਾ ਰਿਹਾ। ਹੁਣ ਤੁਸੀਂ ਵੇਖੋ 31 ਦਸੰਬਰ ਤੱਕ ਰੋਕ ਆ H1 ਅਪਲਾਈ ਕਰਨ ਦੇ ਉੱਪਰ ਵੀ। ਅੱਛਾ, ਮੈਂ ਇਹੀ ਗੱਲ ਕਰ ਰਿਹਾ ਸੀ ਕਿ ਸ਼ੋਸ਼ਣ ਬਹੁਤ ਹੋ ਰਿਹਾ ਨਾ, ਤੇ ਤੁਸੀਂ H1 ਅੱਗੇ ਅਪਲਾਈ ਕਰ ਸਕਦੇ ਹੋ, H1B1 ਅਪਲਾਈ ਕਰ ਸਕਦੇ ਹੋ, ਨਾ ਤੁਸੀਂ ਕਿਸੇ ਨਵੀਂ ਜੌਬ ਨੂੰ ਜੁਆਇਨ ਕਰ ਸਕਦੇ ਹੋ। ਸਰਕਾਰਾਂ ਕਿਤੇ ਨਾ ਕਿਤੇ ਇਹ ਕੀ ਦਬਾਅ ਹੈ, ਨਾ ਤੁਸੀਂ ਇੰਡੀਆ ਆ ਸਕਦੇ ਵਾਪਸ। ਇਹ ਵੀ ਤੁਹਾਡੇ ਕੋਲ ਹੈ ਨਾ ਕਿ ਹਲੇ ਫਲਾਈਟਾਂ ਜਿਹੜੀਆਂ ਨੇ ਉਹ ਉਸ ਪੇਸ ਦੇ ਨਾਲ ਸ਼ੁਰੂ ਨਹੀਂ ਹੋਈਆਂ। ਤੇ ਕੀ ਹੈ ਇਹ, ਕੀ ਹੈ ਸ਼ੋਸ਼ਣ ਹੈ ਇੱਕ ਤਰੀਕੇ ਦਾ। ਬੇਸਿਕਲੀ ਇਹ ਆਪਣੀਆਂ ਚਲਾਉਣ ਦੀ ਜਿਹੜਾ ਉਹ ਮਤਲਬ ਕਿਤੇ ਨਾ ਕਿਤੇ ਬੰਦੇ ਅੰਦਰ ਰੂਲਰ ਲੁਕਿਆ ਹੁੰਦਾ ਨਾ, ਕਿ ਮੈਂ ਜਿਹੜੀ ਜ਼ਿਆਦਾ ਹਾਵੀ ਆ, ਇਹ ਅਸਲ 'ਚ ਉਹਦਾ ਨਤੀਜਾ ਆ। ਸੋ ਇਹ ਮੈਂ ਹਾਵੀ ਹੋ ਰਹੀ ਆ, ਹੋਰ ਕੁਝ ਵੀ ਨਹੀਂ ਆ। ਬਿਕੋਜ਼ ਇਹ ਤੁਸੀਂ ਵੇਖੋ 1 ਜਨਵਰੀ ਤੋਂ ਉੱਦਾਂ ਵੀ ਉੱਡ ਜਾਣਾ ਹੈ ਜੀ। ਕੰਪਨੀ ਸਰਵਾਈਵ ਨਹੀਂ ਕਰ ਸਕਦੀਆਂ। ਕੰਪਨੀਜ਼ ਆਪਣਾ ਬੇਸ ਚੱਕ ਕੇ ਦੂਜੇ ਮੁਲਕਾਂ 'ਚ ਲੈ ਕੇ ਜਾ ਰਹੀਆਂ ਨੇ, ਔਰ ਕਿਤੇ ਨਾ ਕਿਤੇ ਨੁਕਸਾਨ ਤੇ ਇਸੇ ਮੁਲਕ ਨੂੰ ਹੀ ਹੋਣਾ ਉਹਦਾ ਜੀ। ਇਹ ਤਾਂ ਹੈ। ਸੋ ਇਹ ਨੁਕਸਾਨ ਨੂੰ ਅਗਰ ਅਸੀਂ ਲੌਂਗ ਰਨ 'ਚ ਵੇਖੋਗੇ, ਇਹਨੂੰ ਕੰਟੀਨਿਊ ਅਗਰ ਕਰੇਗਾ, ਅਮਰੀਕਾ ਸਰਵਾਈਵ ਨਹੀਂ ਕਰੇਗਾ। ਅੱਛਾ, ਜਦੋਂ ਚਲੋ ਇਹ ਤਾਂ ਸੀਗੀ H1B1 ਵੀਜ਼ਾ ਦੀ, ਸਟੂਡੈਂਟਸ ਦੇ ਨਾਲ ਵੀ ਇਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ। ਸ਼ੁਰੂ 'ਚ ਲੋਕਡਾਊਨ 'ਚ ਕਿਹਾ ਜੀ ਤੁਸੀਂ ਘਰਾਂ 'ਚ ਚਲ ਜਾਓ, ਇੱਥੇ ਕੁਝ ਨਹੀਂ ਹੈਗਾ, ਇੱਥੇ ਕਲਾਸਾਂ ਨਹੀਂ ਹੈਗੀਆਂ, ਪਰ ਫਿਰ ਕਿਤੇ ਨਾ ਕਿਤੇ ਰਾਹਤ ਮਿਲ ਗਈ। ਇਹਦੇ 'ਚ ਇੱਕ ਸਪੈਸ਼ਲ ਆਰਡੀਨੈਂਸ ਲੈ ਕੇ ਆਂਦਾ ਗਿਆ ਕਿ ਜਿਹੜੀਆਂ ਯੂਨੀਵਰਸਿਟੀਜ਼ ਆਨਲਾਈਨ ਬੱਚਿਆਂ ਨੂੰ ਪੜ੍ਹਾਈ ਦੇ ਰਹੀਆਂ ਆ, ਉਹ F1 ਐਕਸਟੈਂਸ਼ਨ ਨਹੀਂ ਹੋਏਗੀ ਉਹਨਾਂ ਦੀ, ਜਾਂ ਉੱਥੇ ਵੀਜ਼ਾ ਪਾ ਨਹੀਂ ਸਕਦੇ ਸਟੂਡੈਂਟਸ। ਸੋ ਜਿਹੜੇ ਸਟੂਡੈਂਟਸ ਆਲਰੇਡੀ ਅਮਰੀਕਾ 'ਚ ਰਹਿੰਦੇ ਵੀ ਸੀ, ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਅਗਰ ਤੁਹਾਡੀ ਯੂਨੀਵਰਸਿਟੀ ਕੋਵਿਡ ਦੇ ਟਾਈਮ ਦੇ ਵਿੱਚ ਅਗਰ ਆਨਲਾਈਨ ਪੜ੍ਹਾ ਰਹੀ ਆ, ਸਿਰਫ ਆਨਲਾਈਨ ਪੜ੍ਹਾ ਰਹੀ ਹੈ, ਤਾਂ ਇਹ ਯੂਨੀਵਰਸਿਟੀ ਵੀਜ਼ਾ ਐਕਸਟੈਂਡ ਨਹੀਂ ਹੋਏਗਾ। ਜਦਕਿ ਪੂਰੇ ਦੁਨੀਆ ਦੇ ਮੁਲਕ ਇਹ ਕਹਿ ਰਹੇ ਸੀਗੇ ਕਿ ਤੁਸੀਂ, ਕੈਨੇਡਾ ਨੇ ਇਹ ਕੀਤਾ ਕਿ ਤੁਸੀਂ ਚਾਹੇ ਇੱਥੇ ਨਹੀਂ ਵੀ ਹੈਗੇ, ਚਾਹੇ ਤੁਸੀਂ ਇੰਡੀਆ ਬੈਠੇ ਹੋ, ਤੁਸੀਂ ਆਨਲਾਈਨ ਪੜ੍ਹਾਈ ਸ਼ੁਰੂ ਕਰ ਲਓ, ਅਸੀਂ ਉਹਨੂੰ ਪੂਰੀ ਤਵੱਜੋ ਦੇਵਾਂਗੇ, ਤੁਹਾਡਾ ਵਰਕ ਪਰਮਿਟ ਦੇ ਪੂਰੇ ਰਾਈਟਸ ਦੇਵਾਂਗੇ। ਤੇ ਅਮਰੀਕਾ ਨੇ ਤੋਂ ਉਲਟ ਜਾ ਕੇ, ਬਿਕੋਜ਼ ਲੌਜਿਕ ਨਹੀਂ ਸੀ ਇਹਦੇ 'ਚ, ਲੌਜਿਕ ਨਹੀਂ ਸੀ ਕੋਈ, ਇਸ ਤੋਂ ਬਿਲਕੁਲ ਉਲਟ ਜਾ ਕੇ ਕਿ ਜਿਹੜੀਆਂ ਯੂਨੀਵਰਸਿਟੀਜ਼ ਜਿਹੜੀਆਂ ਆਨਲਾਈਨ ਪੜ੍ਹਾ ਰਹੀਆਂ ਨੇ, ਉਹਨਾਂ ਨੂੰ ਮਨਾ ਕਰਤਾ ਕਿ ਤੁਸੀਂ ਆਪਣਾ ਵੀਜ਼ਾ ਐਕਸਟੈਂਸ਼ਨ ਨਹੀਂ ਪਾ ਸਕਦੇ। ਖੈਰ, ਇਸ ਚੀਜ਼ ਨੂੰ ਚੈਲੰਜ ਕੀਤਾ ਗਿਆ, ਔਰ ਆਲਮੋਸਟ 1 ਵੀਕ ਦੇ ਵਿੱਚ ਹੀ ਇਹ ਜਿਹੜਾ ਆਰਡੀਨੈਂਸ ਹੀ ਵਾਪਸ ਹੋ ਗਿਆ। ਇਹਦਾ ਕੋਈ ਰਾਹਤ ਮਿਲ ਗਈ, ਇਹਦਾ ਇਫੈਕਟ ਨਹੀਂ ਕੋਈ ਵੀ ਰਿਹਾ। ਪਰ ਤੁਸੀਂ ਸੋਚਿਆ ਤਾਂ ਗਿਆ ਇੱਥੋਂ ਤੱਕ। ਨਹੀਂ, ਮੈਂ ਉਹੀ ਗੱਲ ਕਰ ਰਿਹਾ ਕਿ ਹੁਣ ਅੱਗੋਂ ਇਲੈਕਸ਼ਨ ਆ, ਤੇ ਕੀ ਇਹ ਟਰੰਪ ਸਾਹਿਬ ਦਾ ਪੱਤਾ ਜਿਹੜਾ ਹੈ ਉਹਨਾਂ ਦੇ ਹੱਕ 'ਚ ਹੋਊਗਾ? ਕਿਉਂਕਿ ਆਪਾਂ ਜੇ ਗੱਲ ਕਰ ਲਈਏ ਇੰਡੀਅਨ ਜਿਹੜੇ ਨੇ ਉੱਥੇ ਬਹੁਤ ਨੇ, ਹੈ ਨਾ, ਇਹ ਬਹੁਤ ਜ਼ਿਆਦਾ ਪਾਪੂਲੇਸ਼ਨ ਹੈ। 1.2 ਕੁਛ ਜਿਹੜਾ ਭਾਗ ਆ ਉਹਨਾਂ ਦੀ ਪਾਪੂਲੇਸ਼ਨ ਦਾ, ਉਹ ਇੰਡੀਅਨ ਨੇ। ਬਿਲਕੁਲ, ਉਹ ਇੰਡੀਅਨ ਨੇ ਜਿਹੜੇ ਉੱਥੇ ਵੋਟ ਦੇ ਹੱਕਦਾਰ ਨੇ। ਤੇ ਫਿਰ ਇਹਦਾ ਹੁਣ ਇਲੈਕਸ਼ਨਸ ਉੱਤੇ ਕੀ ਅਸਰ ਪਊਗਾ? ਬਿਲਕੁਲ, ਇਹ ਉਹੀ ਹਾਰਡਲਾਈਨਰ ਬਲੀਵਰਸ ਨੇ, ਜਿਹੜੇ ਕੋਰ ਬਲੀਵਰਸ ਨੇ ਇਹ। ਕਿਉਂਕਿ ਜਦੋਂ ਤੁਸੀਂ ਪਾਪੂਲੇਸ਼ਨ ਨੂੰ ਵੇਖਦੇ ਹੋ, ਉਹਦੇ 'ਚ ਇੱਕ ਤਬਕਾ ਜ਼ਰੂਰ ਹੁੰਦਾ ਆ ਜਿਹੜਾ ਹਾਰਡਲਾਈਨਰ ਆ, ਜਾਂ ਜਿਹੜਾ ਇੱਕ 'ਚ ਸੋਚ ਤੇ ਪਹਿਰਾ ਦਿੰਦਾ ਆ ਜੀ। ਬਿਕੋਜ਼ ਬਾਕੀ ਦੀਆਂ ਵੋਟਾਂ ਵੰਡੀਆਂ ਜਾ ਸਕਦੀਆਂ, ਇਹਨਾਂ ਨੂੰ ਤੁਸੀਂ 100% ਭਰਮਾ ਸਕਦੇ ਹੋ। ਸੋ ਇਹ ਭਰਮਾਉਣ ਦਾ ਮਤਲਬ ਯਤਨ ਕੀਤਾ ਜਾ ਰਿਹਾ ਕਿ ਅਸੀਂ ਕਿਤੇ ਨਾ ਕਿਤੇ ਇਹ ਹੋਕਾ ਦੇ ਰਹੇ ਹਾਂ ਕਿ ਅਸੀਂ ਲੋਕਲਸ ਲਈ ਜ਼ਿਆਦਾ ਸੋਚਦੇ ਹਾਂ, ਅਸੀਂ ਇਹਨਾਂ ਲਈ ਬਿਹਤਰ ਕਰਦੇ ਹਾਂ, ਔਰ ਜਿੰਨੀਆਂ ਗਵਰਨਮੈਂਟਸ ਆਈਆਂ ਆ ਉਹ ਇਹਨਾਂ ਲਈ ਮਾੜਾ ਕਰਦੀਆਂ ਰਹੀਆਂ, ਔਰ ਅਸੀਂ ਇਹਨਾਂ ਲਈ ਕੁਝ ਚੰਗਾ ਕਰਕੇ ਦਿਖਾਵਾਂਗੇ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਚਰਚਾ ਹਜੇ ਹੋਰ ਵੀ ਹੈ, ਔਰ ਬਹੁਤ ਸਾਰੇ ਪੱਖ ਜਿਹੜੇ ਨੇ ਉਹ ਅਸੀਂ ਖਗੋਲਾਂਗੇ, ਪਰ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ।
ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਅਰਵਿੰਦਰਪਾਲ ਸਿੰਘ ਜੀ। ਅਰਵਿੰਦਰ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇਹ ਤੰਗ ਕਰ ਰਹੇ ਨੇ, ਇੱਕ ਤਰੀਕੇ ਨਾਲ ਤੁਸੀਂ ਕਹਿਣ ਡੇ ਹੋ ਜੀ ਇਹ ਇਲੈਕਸ਼ਨ ਪੱਤਾ ਆ, ਹੈ ਨਾ, ਪਰ ਕਿਤੇ ਨਾ ਕਿਤੇ ਹੁਣ ਐਂਡ ਜਿਹੇ 'ਤੇ ਆ ਕੇ ਇਹਨਾਂ ਨੇ ਇਹ ਵੀ ਕੀਤਾ ਕਿ ਜਿਹੜੇ ਹੈਲਥ ਸਪੈਸ਼ਲਿਸਟ ਸੀਗੇ, ਉਹੀ ਜਿਹੜੇ H1B1 ਵੀਜ਼ਾ 'ਤੇ ਗਏ ਸੀਗੇ, ਉਹਨਾਂ ਦੀ ਹਾਈਕ ਕਰ ਦਿੱਤੀ, ਸੈਲਰੀ ਵਧਾਤੀ 40%। ਤੁਹਾਨੂੰ ਕੀ ਲੱਗਦਾ ਕਿ ਟਰੰਪ ਨੂੰ ਵੀ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਮੈਂ ਆਉਣਾ ਨਹੀਂ ਜੇ ਇਦਾਂ ਦੇ ਕੰਮ ਚੱਲਦੇ ਰਹੇ? ਲੱਗਦਾ ਕਿਤੇ? ਤੁਸੀਂ ਦੇਖੋ, ਇਹ ਸਮਾਂ ਕਿਹੜਾ ਸੀ ਜਦੋਂ ਹੈਲਥ ਵਰਕਰਸ ਨੂੰ ਤਾਂ ਪੂਰੀ ਦੁਨੀਆ ਆਵਾਜ਼ਾਂ ਮਾਰਦੀ ਸੀ, ਬਿਕਾਜ਼ ਉਹੀ ਇਸ ਟਾਈਮ ਦੇ ਅਸਲੀ ਯੋਧੇ ਜਾਂ ਅਸਲੀ ਵਾਰੀਅਰ ਉਹ ਰਹਿ ਗਏ ਸੀ। ਬਿਲਕੁਲ। ਸੋ ਆਬਵੀਅਸਲੀ ਉਹਨਾਂ ਨੂੰ ਕੋਈ ਨਾ ਕੋਈ ਭਰਮਾਇਆ ਜਾ ਹੀ ਸਕਦਾ ਸੀ, ਔਰ ਉਹਦੇ ਲਈ ਅਗਰ ਬਿਕਾਜ਼ ਉਹ ਨੀਡ ਆਫ ਦੀ ਆਵਰ ਸੀ ਜੀ, ਉਹ ਲੋਕਾਂ ਨੂੰ ਜ਼ਿੰਦਗੀ ਬਚਾਉਣ ਵਾਲਾ ਸਮਾਂ ਸੀ ਜੀ। ਠੀਕ ਹੈ, ਇਲੈਕਸ਼ਨ ਦੇ ਵਿੱਚ ਕਈ ਚੀਜ਼ਾਂ ਉੱਪਰ ਥੱਲੇ ਹੁੰਦੀਆਂ ਨੇ, ਬਟ ਹੈਲਥ ਵਰਕਰਸ ਨੂੰ ਆ ਸਪੈਸ਼ਲ ਦੇਣਾ ਵੀ ਇਹ ਚਲੋ ਕਿਤੇ ਨਾ ਕਿਤੇ ਅਮਰੀਕਾ ਦੇ ਲਈ ਚੰਗਾ ਵੀ ਰਿਹਾ, ਲੋਕਾਂ ਦੀ ਹੈਲਥ ਲਈ ਵੀ ਚੰਗਾ ਰਿਹਾ, ਔਰ ਆਬਵੀਅਸਲੀ ਇਹਦੇ 'ਚ ਮਤਲਬ ਅਸੀਂ ਨੂੰ 100% ਵੀ ਪੋਲੀਟਿਕਸ ਨੂੰ ਨਾ ਵੀ ਜੋੜੀਏ ਤਾਂ ਈਵਨ ਤਾਂ ਵੀ ਇਹ ਬੈਟਰ ਸੀਗਾ। ਅੱਛਾ, ਤੁਹਾਨੂੰ ਲੱਗਦਾ ਕਿ ਇੱਕ ਵਾਰ ਕਿ ਟਰੰਪ ਕੁਝ ਸੋਚਦੇ ਨਹੀਂਗੇ, ਬਿਨਾਂ ਸੋਚੇ ਕੋਈ ਨਾ ਕੋਈ ਫੈਸਲਾ ਲੈ ਲੈਂਦੇ ਐਵੇਂ? ਕਦੀ ਲੱਗਦਾ? ਮੈਨੂੰ ਲੱਗਦਾ ਦੁਨੀਆ ਦੇ ਬਹੁਤ ਸਾਰੇ ਮੁਲਕ ਇੱਕ ਕੋਵਿਡ ਟਾਈਮ ਦੇ ਵਿੱਚ ਇਸ ਬਿਹੇਵੀਅਰ ਦੇ ਉੱਪਰ ਆ ਗਏ ਕਿ ਆਪੋ ਆਪਣੀ ਪਾਵਰ ਨੂੰ ਐਗਜ਼ੈਗਰੇਟ ਕਰਨਾ, ਇਨਕਰੀਜ਼ ਕਰਨਾ, ਮਨਾਈਆਂ ਕਰਨਾ, ਇਹ ਕਿਤੇ ਨਾ ਕਿਤੇ ਸੱਤਾ ਪੱਖ ਦਾ ਹੁਣ ਇੱਕ ਪਹਿਲੂ ਹੋ ਗਿਆ। ਨਹੀਂ, ਪਰ ਜਦੋਂ ਆਪਾਂ ਅਮਰੀਕਾ ਦੀ ਗੱਲ ਕਰਦੇ ਹਾਂ, ਅਮਰੀਕਾ ਦੁਨੀਆ ਦਾ ਪਾਵਰਤਰੀਨ ਮੁਲਕ ਹੈ, ਪਰ ਹੁਣ ਜਦੋਂ ਕਰੋਨਾ ਨਿਕਲਿਆ, ਪਹਿਲਾਂ ਤਾਂ ਇਹ ਸਾਬਤ ਹੋ ਗਿਆ ਕਿ ਅਮਰੀਕਾ ਜਿਹੜਾ ਹੈ ਉਹ ਵੱਡੀ ਪਾਵਰ ਨਹੀਂ ਰਿਹਾ, ਜਾਂ ਇਹ ਕਰੋ ਕਿ ਉਹ ਛਿੰਦਾ ਜਾ ਰਿਹਾ, ਉਹਦੇ ਕੋਲ ਇੰਨੀ ਪਾਵਰ ਨਹੀਂ ਰਹਿ ਗਈ ਕਿਉਂਕਿ ਚਾਈਨਾ ਨੇ ਇਹ ਬਹੁਤ ਕੰਟਰੋਲ ਕਰ ਲਿਆ ਸੀਗਾ, ਹੈ ਨਾ। ਮੈਂ ਉਹ ਗੱਲ ਕਰ ਰਿਹਾ ਕਿ ਟਰੰਪ ਦੇ ਹੱਥ 'ਚ ਵਾਗਡੋਰ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਬੰਦਾ ਉਹ ਹੈ ਕਿ ਜਿਹਦੇ ਹੱਥ ਗਲੇਲ ਫੜਾ ਦਿੱਤੀ ਹੈ, ਪਰ ਉਹਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਚਲਾਉਣੀ ਹੈ? ਪਤਾ ਕਿ ਇਹਨਾਂ ਚੀਜ਼ਾਂ ਦੇ ਉੱਪਰ, ਨਤੀਜਿਆਂ ਦੇ ਉੱਪਰ ਪੋਲੀਟੀਕਲੀ ਆਪਾਂ ਕੁਝ ਵੀ ਕਹਿਣਾ ਇਹ ਮਤਲਬ ਸਾਡੀ ਲਿਆਕਤ ਤੋਂ ਕਿਤੇ ਬਹੁਤ ਦੂਰ ਜਾ ਕੇ ਗੱਲ ਹੈ। ਹਾਂ, ਬਿਕਾਜ਼ ਲੋਕਾਂ ਨੇ ਚੁਣਿਆ, ਲੋਕਾਂ ਦਾ ਮਤ ਹੈ, ਉਹਨਾਂ ਨੂੰ ਕੁਛ ਨਾ ਕੁਛ ਦਿਸਦਾ ਹੋਏਗਾ, ਕੋਈ ਲੋਕਲਸ ਨੂੰ ਕੋਈ ਭਰਮਾਇਆ ਹੋਏਗਾ, ਕੋਈ ਨਾ ਕੋਈ ਤਾਂ ਐਂਗਲ ਦਿਖਾਇਆ ਹੋਏਗਾ, ਕੋਈ ਨਾ ਕੋਈ ਸ਼ੀਸ਼ਾ ਦਿਖਾਇਆ ਹੋਊਗਾ, ਔਰ ਅਗੇਨ ਇਲੈਕਸ਼ਨਸ ਦੀ ਰੇਸ ਵਿੱਚ ਆ ਜੀ। ਮਤਲਬ ਅਸੀਂ ਇਹਨੂੰ ਇੱਕ ਤਰਫਾ ਕਰ ਦਈਏ ਕਿ ਇਹ ਮਤਲਬ ਦੂਸਰਾ ਐਂਗਲ ਹੀ ਹੈ ਨਹੀਂ, ਕਿਤੇ ਨਾ ਕਿਤੇ ਕੁਝ ਲੋਕਾਂ ਦੀ ਨਬਜ਼ ਤਾਂ ਫੜੀ ਹੈ ਨਾ ਜੀ, ਕੁਝ ਲੋਕਾਂ ਦੀ ਤਾਂ ਪਲਸ ਉਹਨੇ ਟਟੋਲ ਲਈ ਹੈ ਨਾ, ਕੁਝ ਲੋਕਾਂ ਦਾ ਤਾਂ ਪਤਾ ਲੱਗ ਗਿਆ, ਜਿਹੜੇ ਬਲਾਈਂਡ ਫਾਲੋਅਰਸ ਹੋ ਗਏ ਆ ਜੀ। ਸੋ ਜੇਕਰ ਬਲਾਈਂਡ ਆਪੋਜੀਸ਼ਨ ਹੈ ਤਾਂ ਬਲਾਈਂਡ ਫਾਲੋਅਰਸ ਵੀ ਹੈਗੇ ਇਹਨਾਂ ਲੋਕਾਂ ਦੇ। ਸੋ ਇਹ ਪੋਲਿਟਿਕਸ ਦੇ ਰੰਗ ਨੇ, ਇਹਦੇ ਵਿੱਚ ਇਹਨਾਂ ਲੋਕਾਂ ਨੂੰ ਬਿਹਤਰ ਪਤਾ ਹੈ, ਬਿਕਾਜ਼ ਉਹਨਾਂ ਨੇ ਮੈਂ ਪਿੱਛੇ ਇੱਕ ਡਾਕੂਮੈਂਟਰੀ ਵੇਖ ਰਿਹਾ ਸੀ ਕਿ ਬਹੁਤ ਦੇਰ ਪਹਿਲਾਂ ਅਨਾਊਂਸ ਕੀਤਾ ਸੀ ਕਿ ਮੈਂ ਚਾਹਵਾਂ ਤਾਂ ਐਜ਼ ਏ ਪ੍ਰੈਜ਼ੀਡੈਂਟ ਮੈਂ ਆ ਸਕਦਾ ਹਾਂ ਜੀ, ਤੇ ਉਹਨਾਂ ਆ ਕੇ ਦਿਖਾ ਵੀ ਦਿੱਤਾ ਹੈ। ਸੋ ਇਹ ਪੋਲਿਟਿਕਸ ਦੀ ਸਮਝ ਹੋਣੇ ਇਹ ਅਲੱਗ ਗੁਣ ਹੈ, ਔਰ ਮੇਬੀ ਇਹਨਾਂ ਲੋਕਾਂ ਨੂੰ ਜ਼ਿਆਦਾ ਸਮਝ ਹੈ ਸਾਡੇ ਤੋਂ। ਚਲੋ, ਮਤਲਬ ਆਪਾਂ ਇਹਦੇ ਉੱਤੇ ਗੱਲ ਨਹੀਂ ਕਰ ਸਕਦੇ। ਅੱਛਾ, ਜਦੋਂ ਆਪਾਂ ਟਰੈਵਲ ਵੀਜ਼ੇ ਦੀ ਗੱਲ ਕਰਦੇ ਹਾਂ, ਅਮਰੀਕਾ ਦਾ ਟਰੈਵਲ ਵੀਜ਼ਾ ਇਹ ਕਿੰਨਾ ਕੁ ਔਖਾ ਹੈ, ਜਾਂ ਇਹਦੇ ਲਈ ਕੀ ਪ੍ਰੋਸੀਜਰ ਹੁੰਦਾ ਹੈ? ਅਸਲ 'ਚ ਦੁਨੀਆ ਦੇ ਸਭ ਤੋਂ ਸੌਖੇ ਵੀਜ਼ਿਆਂ 'ਚੋਂ ਅਸੀਂ ਇਹਦੀ ਗਿਣਤੀ ਕਰਦੇ ਹਾਂ। ਸੌਖਾ ਇਸ ਕਰਕੇ ਆ ਕਿ ਇਹ ਵੀਜ਼ਾ ਸਭ ਤੋਂ ਵੱਧ ਗਿਣਤੀ 'ਚ ਮਿਲਦਾ ਆ ਜੀ। ਸੋ ਅਗਰ ਅਸੀਂ ਬਾਕੀ ਦੁਨੀਆ ਦੇ ਕੰਟਰੀਜ਼ ਦੇ ਕਿਸੇ ਨਾਲ ਵੀ ਇਹਦਾ ਮੈਚ ਕਰੀਏ ਤੇ US ਦੁਨੀਆ ਦੇ ਸਭ ਤੋਂ ਵੱਧ ਵੀਜ਼ਾ ਦੇਣ ਵਾਲਾ ਮੁਲਕ ਆ ਜੀ। ਸੋ ਜਿੱਦਾਂ ਮੈਂ ਸ਼ੁਰੂ 'ਚ ਦੱਸ ਰਿਹਾ ਸੀਗਾ ਕਿ ਸਭ ਤੋਂ ਵੱਡਾ ਮੋਬਿਲਾਈਜ਼ਿੰਗ ਫੈਕਟਰ ਟੂਰਿਜ਼ਮ ਹੁੰਦਾ ਸੀ, ਰਾਈਟ, ਔਰ ਉਹਨੂੰ ਰਿਪਲੇਸ ਕੀਤਾ ਸੀ ਕੱਲੀ IT ਨੇ ਜੀ। ਬਟ ਹਾਲੇ ਵੀ ਬਹੁਤ ਸਾਰੇ ਦੁਨੀਆ ਦੇ ਮੁਲਕ ਆ, ਤੁਸੀਂ ਵੇਖੋ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਦੁਬਈ, ਹਾਂਗਕਾਂਗ, ਮੌਰੀਸ਼ੀਅਸ, ਇਹ 10-12 ਸਾਲ ਪਹਿਲਾਂ ਮੁਲਕ ਦਿਸਦੇ ਨਹੀਂ ਸੀ ਜੀ, ਇਹ ਰਾਤੋਂ ਰਾਤ ਜਗਣ ਲੱਗ ਗਏ, ਦਿਸਣ ਲੱਗ ਗਏ ਸਭ ਨੂੰ। ਸੋ ਇਹ ਟੂਰਿਜ਼ਮ ਦੀ ਤਾਕਤ ਹੈ, ਔਰ ਅਮਰੀਕਾ ਨੂੰ ਇਸ ਤਾਕਤ ਦਾ ਸ਼ੁਰੂ ਤੋਂ ਪਤਾ ਆ। ਸੋ ਅਮਰੀਕਾ ਦੁਨੀਆ 'ਚ ਸਭ ਤੋਂ ਵੱਧ ਟੂਰਿਜ਼ਮ ਨੂੰ ਵੀਜ਼ਾਸ ਦੇਣ ਵਾਲਾ ਮੁਲਕ ਆ। ਔਰ ਤੁਹਾਨੂੰ ਇੱਕ ਹੈਰਾਨੀ ਹੋਏਗੀ ਅਗਰ ਅੰਕੜਿਆਂ ਦੀ ਗੱਲ ਕਰਾਂ ਕਿ ਓਬਾਮਾ ਗਵਰਨਮੈਂਟ ਤੋਂ ਵੱਧ ਵੀਜ਼ਾਸ ਟਰੰਪ ਗਵਰਨਮੈਂਟ ਨੇ ਦਿੱਤੇ ਨੇ ਜੀ। ਬਿਲਕੁਲ, ਮੈਨੂੰ ਸੁਣ ਕੇ ਹੈਰਾਨੀ ਹੋ ਰਹੀ ਹੈ। ਔਰ ਅਗਰ ਤੁਸੀਂ ਮਤਲਬ ਅੰਕੜਿਆਂ ਦੀ ਗੱਲ ਕਰੋ ਨਾ, ਤੇ ਲਗਭਗ ਇੰਡੀਆ ਦੇ ਜਿਹੜੇ ਨਾਨ ਇਮੀਗ੍ਰੈਂਟ ਵੀਜ਼ਾਸ ਦੀ ਜਿਹੜੀ ਕੈਟਾਗਰੀ ਆ, ਉਹਦੇ ਲਗਭਗ ਲੱਖ ਦੇ ਕਰੀਬ ਵੀਜ਼ਾ ਹਰ ਮਹੀਨੇ ਮਿਲਦਾ ਹੈ ਜੀ। ਸੋ ਸਾਡੇ ਕੋਲ ਅਸੀਂ 2018 'ਚ ਅਸੀਂ 10 ਲੱਖ ਵੀਜ਼ਾਸ ਨੂੰ ਕ੍ਰਾਸ ਕਰਨ ਵਾਲਾ ਅਸੀਂ ਪਹਿਲਾ ਮੁਲਕ ਬਣੇ ਸੀ, ਔਰ ਅਸੀਂ ਉਦੋਂ ਚਾਈਨਾ ਦਾ ਵੀਜ਼ਾ ਵੀ ਜਿਹੜਾ ਕੋਟਾ ਹੈ ਥੱਲੇ ਰਹਿ ਗਿਆ ਸੀ। ਚਾਈਨਾ ਦੇ 8.5 ਲੱਖ ਸੀ, ਸਾਡਾ ਵੀ ਕ੍ਰਾਸ 1 ਮਿਲੀਅਨ। ਸੋ ਵੀਜ਼ਾਸ ਦੀ ਗਿਣਤੀ ਤੇ ਜ਼ਿਆਦਾ ਆ, ਔਰ ਆਬਵੀਅਸਲੀ ਇਹ ਸਿੱਧੀ ਕੰਟਰੀਬਿਊਸ਼ਨ ਇਕੋਨਮੀ ਨੂੰ, ਬਿਕਾਜ਼ ਟੂਰਿਜ਼ਮ ਦੀ ਗੱਲ ਜਿੱਦਾਂ ਮੈਂ ਕਹਿ ਰਿਹਾ। ਸੋ ਟੂਰਿਜ਼ਮ ਬਹੁਤ ਤਕੜਾ ਫੈਕਟਰ ਆ, ਬਿਕਾਜ਼ ਅਮਰੀਕਾ ਵੱਡਾ ਮੁਲਕ ਆ, ਉੱਥੇ ਇੰਨੇ ਲੋਕ ਆ ਕੇ ਚਲੇ ਵੀ ਜਾਣ ਜਾਂ ਰਹਿ ਵੀ ਜਾਣ, ਸੋ ਬਹੁਤ ਜ਼ਿਆਦਾ ਪਤਾ ਨਹੀਂ ਲੱਗਦਾ। ਸੋ ਟੂਰਿਜ਼ਮ ਹਮੇਸ਼ਾ ਚਾਲੂ ਰਹੇਗਾ, ਉਮੀਦ ਕਰਦੇ ਹਾਂ ਇਸ ਚੀਜ਼ ਦੀ। ਤੁਸੀਂ ਦੂਸਰਾ ਸਵਾਲ ਪੁੱਛਿਆ ਸੀਗਾ ਕਿ ਕਿੰਨਾ ਕੁ ਮੁਸ਼ਕਲ ਪ੍ਰੋਸੈਸ ਕੀ ਹੈ, ਮੈਂ ਪੁੱਛ ਰਿਹਾ ਸੀ ਕਿ ਕਿੱਦਾਂ ਤੁਸੀਂ ਵੀਜ਼ਾ ਲੈ ਸਕਦੇ ਹੋ? ਜਨਰਲੀ ਤੁਸੀਂ ਦੁਨੀਆ ਦੇ ਕਿਸੇ ਵੀ ਮੁਲਕ ਨੂੰ ਜਦੋਂ ਵੀਜ਼ਾਸ ਅਪਲਾਈ ਕਰਦੇ ਹੋ, ਤੁਸੀਂ ਹਮੇਸ਼ਾ ਵੀਜ਼ਾ ਆਫਿਸਰ ਜਾਂ ਐਂਟਰੀ ਕਲੀਅਰੈਂਸ ਆਫਿਸਰ ਨੂੰ ਤੁਸੀਂ ਕਾਗਜ਼ਾਂ ਦਾ ਇੱਕ ਢੇਰ ਦਿੰਦੇ ਹੋ ਜੀ, ਕਿ ਕੋਈ ਵੀ ਵੀਜ਼ਾ ਜਦੋਂ ਤੁਸੀਂ ਲੈਣਾ ਹੁੰਦਾ, ਜਿਹਨੂੰ ਅਸੀਂ ਟੂਰਿਸਟ ਵੀਜ਼ਾ ਕਹਿੰਦੇ, ਉਹ 'ਚ ਬੇਸਿਕਲੀ ਅਗਰ ਮੈਂ ਟੈਕਨੀਕਲੀ ਬੋਲਾਂ ਤਾਂ 2 ਚੀਜ਼ਾਂ ਸਿੱਧ ਕਰੀਦੀਆਂ।
ਇੱਕ ਹੁੰਦੀਆਂ ਨੂੰ ਕਹਿੰਦੇ ਸੋਸ਼ਲ ਟਾਈਜ਼, ਦੂਸਰੀਆਂ ਹੁੰਦੀਆਂ ਤੁਹਾਡੀਆਂ ਇਕਨੋਮਿਕ ਟਾਈਜ਼। ਸੋਸ਼ਲ ਟਾਈਜ਼ ਦਾ ਮਤਲਬ ਹੁੰਦਾ ਕਿ ਤੁਸੀਂ ਆਪਣੇ ਮੁਲਕ ਨਾਲ ਕਿੰਨਾ ਕੁ ਜੁੜੇ ਹੋਏ ਹੋ, ਕਿੰਨੀਆਂ ਕੁ ਤੁਹਾਡੀਆਂ ਜੜ੍ਹਾਂ ਡੂੰਘੀਆਂ ਨੇ। ਇਕਨੋਮਿਕ ਟਾਈਜ਼ ਕੀ ਨੇ ਕਿ ਕਿੰਨਾ ਕੁ ਤੁਹਾਡਾ ਜਿਹੜਾ ਇਕਨੋਮਿਕਲੀ ਵੈਲ ਆਫ ਹੋ, ਕਿੰਨਾ ਕੁ ਤੁਸੀਂ ਇਕਨੋਮਿਕਲੀ ਆਪਣੇ ਮੁਲਕ ਦੇ ਵਿੱਚ ਪੈਸਾ ਸੌਖਾ ਕਮਾ ਰਹੇ ਹੋ। ਇਹ ਦੋ ਚੀਜ਼ਾਂ ਸਿੱਧ ਕਰ ਦਿਓ ਤਾਂ ਟੂਰਿਸਟ ਵੀਜ਼ਾ ਮਿਲਣਾ ਬਹੁਤ ਆਸਾਨ ਹੁੰਦਾ ਹੈ। ਔਰ ਬਾਕੀ ਸਾਰੇ ਮੁਲਕਾਂ ਦੇ ਵਿੱਚ ਤੁਹਾਨੂੰ ਇੱਕ ਕਾਗਜ਼ਾਂ ਦਾ ਇੱਕ ਢੇਰ ਦੇ ਰੂਪ 'ਚ ਤੁਹਾਨੂੰ ਦੱਸਣਾ ਪੈਂਦਾ ਜੀ ਇਹ ਮੇਰੇ ਕੋਲ ਪ੍ਰਾਪਰਟੀਜ਼ ਨੇ, ਇਹ ਮੇਰੇ ਕੋਲ ਇੰਨਾ ਕੁਛ ਹੈ, ਰਾਈਟ। ਸੋ ਅਮਰੀਕਾ ਇਸ ਸਾਈਕੋਲੋਜੀ ਦਾ ਕਿ ਬਿਕੋਜ਼ ਜਿਹੜੇ ਇੱਥੋਂ ਦੇ ਵੀਜ਼ਾ ਆਫਿਸਰਸ ਨੇ ਉਹ ਟ੍ਰੇਡ ਪ੍ਰੋਫੈਸ਼ਨਲਸ ਨੇ ਕਿ ਜਿਨ੍ਹਾਂ ਨੂੰ ਐਗਜ਼ੈਕਟਲੀ ਤੁਹਾਡੇ ਮੂੰਹ 'ਚੋਂ ਗੱਲ ਡਿੱਗਦੀ ਤੋਂ ਪਤਾ ਲੱਗ ਜਾਂਦਾ ਕਿ ਸੱਚ ਹੈ ਕਿ ਝੂਠ ਹੈ ਜੀ। ਸੋ ਤੁਸੀਂ ਬਹੁਤ ਸਾਰੇ ਲਾਈਕ ਅਸੀਂ ਸਾਈਕੋਲੋਜਿਸਟ ਜਿਹੜੇ ਅਸੀਂ ਵੇਖੇ ਵੀ ਹੈ ਕਿ ਤੁਹਾਡੇ ਨਾਲ ਗੱਲ ਕਰਨ ਦੇ ਲਹਿਜੇ ਤੋਂ ਦੱਸ ਦਿੰਦੇ ਨੇ ਕਿ ਸੱਚ ਬੋਲਦਾ ਕਿ ਝੂਠ ਬੋਲਦਾ। ਸੋ ਅਮਰੀਕਾ ਇਸ ਨੀਤੀ ਨਾਲ ਵੀਜ਼ਾ ਦਿੰਦਾ ਆ। ਔਰ ਅਗਰ ਤੁਸੀਂ ਇਹਨੂੰ ਆਪਣੇ ਤਰੀਕੇ ਨਾਲ ਸਮਝੋ ਤਾਂ ਇਹ ਗੱਲੀ ਬਾਤੀ ਵੀਜ਼ਾ ਆ ਜੀ। ਮਤਲਬ ਤੁਹਾਡੇ ਜਿਹੜੇ ਡਾਕੂਮੈਂਟ ਨਹੀਂ ਲੱਗਦੇ, ਬਹੁਤ ਘੱਟ, ਬਹੁਤ ਰੇਅਰ। ਕਿਹੜੇ ਡਾਕੂਮੈਂਟ ਲੱਗਦੇ ਜੇ ਫਿਰ ਚਾਹੀਦੇ ਜਦੋਂ ਤੁਹਾਡੇ ਕੋਲ ਫਾਈਨੈਂਸ਼ੀਅਲਸ ਚਾਹੀਦੇ ਆ, ਜਿੱਦਾਂ ਮੈਂ ਦੱਸਿਆ ਕਿ ਫਾਈਨੈਂਸ਼ੀਅਲ ਚਾਹੀਦੇ ਤੇ ਇੱਕ ਤੁਹਾਡੇ ਕੋਲ ਇਨਕਮ ਦੇ ਪ੍ਰੂਫ ਚਾਹੀਦੇ ਹੀ ਚਾਹੀਦੇ ਆ। ਬਟ ਇਹ ਮੁਲਕ 80-90% ਟਾਈਮ ਤੁਹਾਡੇ ਡਾਕੂਮੈਂਟਸ ਨੂੰ ਵੇਖਦਾ ਤੱਕ ਨਹੀਂ ਹੈ ਜੀ। ਸੋ ਵੀਜ਼ਾ ਅਫਸਰ ਤੁਹਾਡੇ ਨਾਲ ਸਿੱਧੀ ਗੱਲਬਾਤ ਕਰਕੇ ਫੈਸਲਾ ਦੇ ਦਿੰਦਾ ਕਿ ਇਮੀਡੀਏਟਲੀ ਔਨ ਦਾ ਸਪੌਟ ਉਹ ਵੀ। ਬਾਕੀ ਸਾਰੇ ਮੁਲਕਾਂ ਤੁਸੀਂ ਅੱਜ ਫਾਈਲ ਸਬਮਿਟ ਕੀਤੀ, ਹਫਤਾ 10 ਦਿਨ 2 ਹਫਤੇ ਮਹੀਨੇ ਬਾਅਦ ਡਿਸੀਜਨ ਆਉਂਦਾ ਹੈ। ਇਹਦਾ ਰਾਈਟ ਔਨ ਦਾ ਸਪੌਟ ਤੁਸੀਂ ਵੀਜ਼ਾ ਅਫਸਰ ਨਾਲ ਜਿੱਦਾਂ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਇਸੇ ਤਰੀਕੇ ਨਾਲ ਗੱਲਬਾਤ ਕਰ ਰਹੇ ਹੋ ਔਰ ਇਸ ਕਨਵਰਸੇਸ਼ਨ ਤੋਂ ਬਾਅਦ ਡਿਸਾਈਡ ਹੋ ਗਿਆ ਕਿ ਤੁਹਾਨੂੰ ਵੀਜ਼ਾ ਮਿਲ ਰਿਹਾ ਕਿ ਨਹੀਂ ਮਿਲ ਰਿਹਾ। ਚਲੋ ਇਹ ਵੀ ਗੱਲ ਚੰਗੀ ਆ ਕਿ ਉੱਥੇ ਮੌਕੇ ਤੇ ਪਤਾ ਲੱਗ ਜਾਂਦਾ। ਐਗਜ਼ੈਕਟਲੀ। ਸੋ ਇਹਦੇ 'ਚ ਤੁਸੀਂ ਕੋਈ ਵੀ ਤੁਹਾਨੂੰ ਬਹੁਤ ਸਾਰੇ ਲੋਕ ਬੇਵਕੂਫ ਨਹੀਂ ਬਣਾ ਸਕਦੇ ਜੀ ਅਸੀਂ ਕੁਛ ਇੱਦਾਂ ਕਰ ਦਾਂਗੇ ਉੱਦਾਂ ਕਰ ਦਾਂਗੇ, ਜੋ ਕਿ ਸਾਡੇ ਇੱਥੇ ਕਲਚਰ 'ਚ ਬਹੁਤ ਚੀਜ਼ਾਂ ਚੱਲਦੀਆਂ। ਸੋ ਇੱਥੇ ਤੁਹਾਨੂੰ ਐਗਜ਼ੈਕਟਲੀ ਪਤਾ ਹੁੰਦਾ ਕਿ ਮੇਰੇ ਨਾਲ ਕੀ ਹੋਣਾ ਹੈ, ਕੀ ਹੋ ਰਿਹਾ। ਸੋ ਜੋ ਤੁਹਾਡੀ ਕਨਵਰਸੇਸ਼ਨ ਦਾ ਉਹਦਾ ਰਿਜ਼ਲਟ ਹੈ। ਅਗਰ ਵੀਜ਼ਾ ਆਫਿਸਰ ਤੁਹਾਡੇ ਕੋਲ ਪਾਸਪੋਰਟ ਲੈ ਕੇ ਰੱਖ ਲੈਂਦਾ ਇਟ ਮੀਨਸ ਤੁਹਾਡਾ ਵੀਜ਼ਾ ਅਪਰੂਵ ਹੋ ਗਿਆ। ਨਹੀਂ ਹੋਏਗਾ ਤਾਂ ਉਸੇ ਤਰ੍ਹਾਂ ਤੁਹਾਨੂੰ ਵਾਪਸ ਦੇ ਦੇਗਾ ਕਿ ਲਓ ਸਰ ਨਹੀਂ ਦੇ ਸਕਦੇ। ਅੱਛਾ, ਕਿੰਨਾ ਇਸ ਪ੍ਰੋਸੈਸ ਦੇ ਵਿੱਚ ਕਿੰਨਾ ਖਰਚਾ ਆ ਜਾਂਦਾ ਜੇ ਆਪਾਂ ਖਰਚੇ ਦੀ ਗੱਲ ਕਰੀਏ? ਅਗਰ ਟੂਰਿਜ਼ਮ ਦੀ ਗੱਲ ਕਰੀਏ $160 ਐਮਬੈਸੀ ਦੀ ਫੀਸ ਆ। ਹੋਰ ਕੋਈ ਬਹੁਤ ਜ਼ਿਆਦਾ ਲੰਮਾ ਚੌੜਾ ਖਰਚੇ ਨਹੀਂ ਹੈਗੇ ਇਸ ਕੰਮ ਦੇ ਵਿੱਚ। ਔਰ ਇਹਨੂੰ ਜੇ ਤੁਸੀਂ ਲੱਖਾਂ 'ਚ ਲੈ ਕੇ ਜਾਓਗੇ ਤਾਂ ਜਾਂਦਾ ਹੀ ਨਹੀਂ ਆ ਜੀ। ਸੋ ਇਹ ਸਿਰਫ ਬਿਕੋਜ਼ ਇਹ ਇਗਨੋਰੈਂਸ ਦਾ ਕਰਕੇ ਆ ਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਬਿਕੋਜ਼ ਵੀਜ਼ੇ ਨੂੰ ਅਸੀਂ ਹਊਆ ਬਣਾ ਕੇ ਰੱਖਿਆ ਹੋਇਆ ਜੀ। ਬਿਕੋਜ਼ ਮੈਨੂੰ 21 ਸਾਲ ਹੋ ਗਏ ਆ ਔਰ ਵੈਨ ਆਈ ਸਟਾਰਟਡ ਇਨ ਦਿਸ ਇੰਡਸਟਰੀ ਉਸ ਟਾਈਮ 'ਚ ਇਹ ਯਕੀਨ ਕਰਨਾ ਬੜਾ ਮੁਸ਼ਕਿਲ ਸੀਗਾ ਆਮ ਬੰਦੇ ਲਈ ਕਿ ਅੰਬੈਸੀ ਤੋਂ ਵੀਜ਼ਾ ਲੈ ਲਿਆ ਜਾਂਦਾ ਹੈ ਜੀ। ਬਿਕੋਜ਼ ਉਦੋਂ ਮਾਸਕੋ ਰੂਟ ਚੱਲਦੇ ਸੀ, ਜਿੱਦਾਂ ਹੁਣ ਮੈਕਸੀਕੋ ਰੂਟ ਤੁਸੀਂ ਕਈ ਕਾਂਡ ਲਾ ਕੇ ਜਾਂਦੇ ਆ ਜੀ, ਰਾਈਟ। ਸੋ ਲੋਕਾਂ ਦਾ ਯਕੀਨ ਉੱਤੇ ਜ਼ਿਆਦਾ ਹੁੰਦਾ ਸੀ ਕਿ ਅਸਲੀ ਰਸਤਾ ਇਹ ਆ, ਅਸਲੀ ਤਰੀਕਾ ਇਹ ਆ। ਅੱਛਾ, ਅੰਬੈਸੀ ਥੋੜੀ ਅੰਬੈਸੀ ਟਰਾਈ ਵਾਲਾ ਕੰਮ ਹੋ ਗਿਆ, ਵੀਜ਼ਾ ਨਹੀਂ ਦਿੰਦੇ। ਠੀਕ ਹੈ, ਮਤਲਬ ਇਹ ਅੰਬੈਸੀ ਤੋਂ ਵੀ ਵੀਜ਼ੇ ਮਿਲ ਜਾਂਦੇ ਨੇ। ਤੇ ਜੇ ਅਸੀਂ ਗੱਲ ਚਲੋ ਹੁਣ ਇਹ ਤਾਂ ਅਮਰੀਕਾ ਦੀ ਰਹਿ ਗਈ, ਨਾਲ ਹੀ ਮੁਲਕ ਲੱਗਦਾ ਕੈਨੇਡਾ। ਜੇ ਆਪਾਂ ਉਹਦੀ ਗੱਲ ਕਰੀਏ ਕਿ ਉਹਦਾ ਟਰੈਵਲ ਦਾ ਕਿੰਨਾ ਖਰਚਾ ਆ? ਆਲਮੋਸਟ ਕਿਸੇ ਵੀ ਕੰਟਰੀ ਦੇ ਵਿੱਚ ਜਿਹੜੀਆਂ ਟਰੈਵਲਿੰਗ ਦੀ ਕਾਸਟ ਹੈ ਉਹ ਕੋਈ ਅੰਬੈਸੀ ਦੀ ਕਾਸਟ ਕੋਈ ਬਹੁਤ ਜ਼ਿਆਦਾ ਨਹੀਂ ਹੁੰਦੀ। ਅਗਰ ਤੁਹਾਡੇ ਕੋਲ ਰਾਹਦਾਰੀਆਂ ਨੇ, ਜਿੱਦਾਂ ਤੁਸੀਂ ਅਮਰੀਕਾ ਤੋਂ ਅਗਰ ਲਾਈਕ ਕਿਸੇ ਨੂੰ ਬੁਲਾਣਾ ਆ ਜੀ, ਸੋ ਐਪਲੀਕੇਸ਼ਨ ਫਾਰਮ ਆ I-134 ਉੱਥੋਂ ਭਰ ਕੇ ਭੇਜ ਦੇਣ, ਇੱਥੇ ਕਾਸਟ ਨਹੀਂ ਲੱਗਦੀ। ਸੋ ਦੂਸਰਾ ਤਰੀਕਾ ਹੁੰਦਾ ਕਿ ਅਗਰ ਤੁਹਾਡੇ ਕੋਲ ਸਪਾਂਸਰ ਨਹੀਂ ਹੈਗਾ ਕਿਸੇ ਮੁਲਕ ਤੋਂ, ਤੁਸੀਂ ਕੋਈ ਨਾ ਕੋਈ ਹੌਲੀਡੇ ਪੈਕੇਜ ਬਾਏ ਕਰ ਸਕਦੇ ਹੋ, ਤੁਸੀਂ ਕੋਈ ਟੂਰ ਬਾਏ ਕਰ ਸਕਦੇ ਹੋ। ਸੋ ਟੂਰ ਦੇ ਵਿੱਚ ਤੁਹਾਡਾ ਰਹਿਣਾ ਸਹਿਣਾ ਖਾਣਾ ਪੀਣਾ ਹਾਂ ਉਹਦੀ ਕਾਸਟ ਹੋ ਸਕਦੀ ਹੈ ਅਗਰ ਤੁਸੀਂ ਵਾਕਈ ਹੌਲੀਡੇ ਪਰਪਸ ਤੇ ਜਾ ਰਹੇ ਹੋ। ਔਰ ਵੀਜ਼ਾ ਆਫਿਸਰ ਇਹਨਾਂ ਚੀਜ਼ਾਂ ਨਾਲ ਜ਼ਿਆਦਾ ਖੁਸ਼ ਹੋ ਕੇ ਵੀਜ਼ਾ ਦਿੰਦੇ ਆ ਜੀ। ਔਰ ਅਗਰ ਅਸੀਂ ਕੈਨੇਡਾ ਤੇ ਅਮਰੀਕਾ ਦਾ ਕੰਪੈਰੀਜ਼ਨ ਕਰੀਏ, ਕੈਨੇਡਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਤਾਦਾਦ ਹੈ ਉਹ ਫੈਮਿਲੀ ਵਿਜ਼ਟਰਸ ਦੀ ਹੈ। ਕੈਨੇਡਾ ਨੂੰ ਪੂਰੀ ਦੁਨੀਆ 'ਚ ਇਦਾਂ ਜਾਣਿਆ ਜਾਂਦਾ ਕਿ ਬਾਈ 1 ਗੈਟ 1 ਫ੍ਰੀ ਜੀ, ਕਿ ਤੁਸੀਂ ਪਰਿਵਾਰ 'ਚ ਇੱਕ ਦਾ ਵੀਜ਼ਾ ਲੈ ਲਓ, ਬਾਕੀਆਂ ਦਾ ਲੈਣਾ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੋਏਗਾ, ਉਹਨਾਂ ਦੇ ਸਹਾਰੇ ਤੁਸੀਂ ਚੜ ਜਾਂਦੇ ਹੋ। ਐਗਜ਼ੈਕਟਲੀ। ਸੋ ਅਮਰੀਕਾ 'ਚ ਇਸ ਤਰੀਕਾ ਨਹੀਂ ਹੈ। ਕੈਨੇਡਾ ਦੇ ਵਿੱਚ ਤੁਸੀਂ ਫੈਮਿਲੀ ਵੀਜ਼ਾਸ ਜ਼ਿਆਦਾ ਮਿਲਦੇ ਆ ਔਰ ਅਮਰੀਕਾ ਦੇ ਵਿੱਚ ਜਿਹੜੇ ਆ ਇਹ ਟੂਰਿਜ਼ਮ ਲਈ ਵੀਜ਼ਾ ਜ਼ਿਆਦਾ ਮਿਲਦੇ ਆ। ਸੋ ਅਗਰ ਤੁਸੀਂ ਹੌਲੀਡੇਜ਼ ਲਈ ਅਮਰੀਕਾ ਜਾ ਰਹੇ ਹੋ, ਬਹੁਤ ਸੋਹਣਾ ਮੁਲਕ ਹੈ, ਸੋ ਉਹ ਵੀਜ਼ਾ ਲੈਣਾ ਵੀਜ਼ਾ ਆਫਿਸਰ ਨੂੰ ਕਨਵਿੰਸ ਕਰਨਾ ਜ਼ਿਆਦਾ ਈਜ਼ੀ ਹੈ ਜੀ। ਅੱਛਾ, ਇਹ ਤਾਂ ਗੱਲ ਸੀ ਵੀਜ਼ੇ ਦੀ ਕਿ ਵੀਜ਼ਾ ਈਜ਼ੀਲੀ ਮਿਲ ਜਾਂਦਾ। ਹੁਣ ਇਹ ਵੀ ਗੱਲ ਹੈ ਕਿ ਜਦੋਂ ਅਸੀਂ ਜਾਣਦੇ ਹਾਂ ਕਿ ਜਿੱਦਾਂ ਹੁਣ ਕੈਨੇਡਾ ਚੱਲੀਏ ਚਾਹੇ ਅਮਰੀਕਾ ਚੱਲੀਏ, ਸਾਡਾ ਪਰਪਸ ਇਹ ਹੁੰਦਾ ਕਿ ਬਈ ਜੇ ਸੈਟਲਮੈਂਟ ਹੋ ਜਾਂਦੀ ਹੈ ਉੱਥੇ ਤਾਂ ਉਹਦੇ ਨਾਲ ਦੀ ਕੋਈ ਰੀਸ ਨਹੀਂ ਜੀ। ਅੱਛਾ, ਕੋਈ ਇੱਦਾਂ ਦਾ ਪ੍ਰੋਸੀਜਰ ਹੁੰਦਾ ਕਿ ਜੇ ਉੱਥੇ ਕੋਈ ਸਾਨੂੰ ਇੰਪਲੋਇਰ ਮਿਲ ਜਾਵੇ, ਸਾਡਾ ਕੋਈ ਰੋਜ਼ਗਾਰ ਲੱਗ ਜਾਵੇ, ਅਮਰੀਕਾ ਜਾ ਰਹੇ ਹੋ ਤੁਸੀਂ, ਤੇ ਉਹ ਤੁਹਾਨੂੰ ਵਰਕ ਪਰਮਿਟ ਤੁਹਾਡਾ ਕੁਝ ਕਨਵਰਟ ਹੋ ਸਕਦਾ? ਕੈਨੇਡਾ 'ਚ ਇਸ ਚੀਜ਼ ਦੀ ਪੋਸੀਬਿਲਿਟੀ ਹੈਗੀ ਹੈ ਕਿ ਕੈਨੇਡਾ ਦੇ ਵਿੱਚ ਅਗਰ ਤੁਸੀਂ ਔਨ ਸ਼ੋਰ ਐਪਲੀਕੇਸ਼ਨ ਪਾਉਂਦੇ ਹੋ ਆਪਣੇ ਵਰਕ ਪਰਮਿਟ ਦੀ ਜੌਬ ਦੀ ਕਿ ਤੁਹਾਡੇ ਕੋਲ ਲੋਕਲ ਇੰਪਲੋਇਰ ਹੈਗਾ ਹੈ ਜੀ, ਤੇ ਉਹ ਤੁਹਾਡਾ ਵੀਜ਼ਾ ਸਵਿਚ ਹੋ ਜਾਂਦਾ। ਅਮਰੀਕਾ ਦੇ ਵਿੱਚ ਤੁਹਾਨੂੰ ਵੀਜ਼ਾ ਅਲੱਗ ਤੋਂ ਅਪਲਾਈ ਕਰਨਾ ਪੈਂਦਾ। ਸੋ ਅਮਰੀਕਾ ਦੇ ਵਿੱਚ ਇਹ ਪ੍ਰੋਵੀਜ਼ਨ ਨਹੀਂ ਹੈਗੀ। ਹਾਂ, ਅਮਰੀਕਾ 'ਚ ਬਹੁਤ ਸਾਰੇ ਲੋਕ ਜਾ ਕੇ ਅਸਾਈਲਮ ਪਾ ਲੈਂਦੇ ਆ ਕਿ ਮੈਨੂੰ ਅਸਾਈਲਮ ਦੇ ਦਿਓ, ਠੀਕ ਹੈ। ਸੋ ਅਮਰੀਕਾ ਦਾ ਤਰੀਕਾ ਅਲੱਗ ਹੈ। ਅਮਰੀਕਾ 'ਚ ਟੂਰਿਜ਼ਮ ਲਈ ਹੌਲੀਡੇਜ਼ ਲਈ ਆਉਂਦੇ ਜਾਂਦੇ ਰਹੋ, ਤੁਹਾਡੇ ਵੀਜ਼ੇ ਸਾਰੀ ਉਮਰ ਲਈ ਬਰਕਰਾਰ ਨੇ ਜੀ। ਔਰ ਜਿੱਦਾਂ ਅਸੀਂ ਕਹਿੰਦੇ ਹਾਂ ਕਿ ਮੱਕਿਓਂ ਪਰੇ ਉਜਾੜ ਆ ਜੀ,
ਸੋ ਅਮਰੀਕਾ ਦੁਨੀਆ ਦਾ ਅਖੀਰਲਾ ਮੁਲਕ ਆ ਵੀਜ਼ਿਆਂ ਦੇ ਵਿੱਚ ਵੀ। ਜੀ। ਸੋ ਅਗਰ ਤੁਹਾਡੇ ਕੋਲ ਯੂਐਸ ਦਾ ਵੀਜ਼ਾ ਆ ਗਿਆ, ਬਾਕੀ ਮੁਲਕ ਤੁਹਾਨੂੰ ਵੀਜ਼ਾਸ ਲਈ ਤੰਗ ਨਹੀਂ ਕਰਦੇ। ਅੱਛਾ, ਤੁਹਾਨੂੰ ਫਿਰ ਉਹ ਈਜ਼ੀਲੀ ਮਿਲਦੇ ਰਹੇ? ਬਹੁਤ ਈਜ਼ੀਲੀ। ਤੁਹਾਡੇ ਕੋਲ ਯੂਐਸ ਆ ਗਿਆ, ਤੁਸੀਂ ਕੈਨੇਡਾ ਲੈਣਾ, ਡ੍ਰੌਪਬਾਕਸ ਐਪਲੀਕੇਸ਼ਨ ਹੈ। ਤੁਸੀਂ ਯੂਰਪ ਲਓਗੇ, ਬਹੁਤ ਸਾਰੀਆਂ ਜਗ੍ਹਾ ਤੇ ਡ੍ਰੌਪਬਾਕਸ ਐਪਲੀਕੇਸ਼ਨਸ ਆ। ਡ੍ਰੌਪਬਾਕਸ ਦਾ ਮਤਲਬ ਹੈ ਕਿ ਤੁਹਾਨੂੰ ਵਾਧੂ ਕਾਗਜ਼ ਤੱਕ ਨਹੀਂ ਲਾਉਣੇ ਪੈਂਦੇ। ਮਤਲਬ ਕੋਈ ਧਰੀ ਦੀ ਤਰ੍ਹਾਂ ਹੀ ਮਿਲ ਜਾਂਦੀ। ਬਿਲਕੁਲ। ਤੁਹਾਡੇ ਕੋਲ ਅਗਰ ਯੂਐਸ ਹੈਗਾ, ਔਰ ਮੇਰੀ ਸਲਾਹ ਇਹ ਹੈ ਕਿ ਬਹੁਤ ਸਾਰੇ ਲੋਕ ਜਾ ਕੇ ਅਸਾਈਲਮ ਪਾਉਂਦੇ ਆ, ਉੱਥੇ ਰਹਿ ਜਾਂਦੇ ਆ, ਤੁਹਾਨੂੰ ਇਹ ਵੀ ਕਰਨ ਦੀ ਲੋੜ ਨਹੀਂ। ਤੁਸੀਂ ਆਉਣਾ ਜਾਣਾ ਬਰਕਰਾਰ ਰੱਖੋ। ਤੁਹਾਡਾ ਆਲਮੋਸਟ ਪੂਰੀ ਦੁਨੀਆ ਓਪਨ ਹੈ ਕਿ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ, ਜਦੋਂ ਮਰਜ਼ੀ ਜਾ ਸਕਦੇ, ਜਦੋਂ ਮਰਜ਼ੀ ਵਾਪਸ ਆ ਸਕਦੇ। ਕਿਉਂਕਿ ਕਿਸੇ ਜ਼ਮਾਨੇ 'ਚ ਥਿਊਰੀ ਇਹ ਹੁੰਦੀ ਸੀ ਕਿ ਇੱਥੋਂ ਸਾਡੇ ਨੌਜਵਾਨ ਜਾਂਦੇ ਸੀ, 8-10 ਸਾਲ ਬਾਹਰਲੇ ਮੁਲਕਾਂ 'ਚ ਕੰਮ ਕਰਦੇ ਸੀ, ਪੈਸਾ ਇਕੱਠਾ ਕਰਦੇ ਸੀ, ਵਾਪਸ ਆਉਂਦੇ ਸੀ, ਆ ਕੇ ਵਿਆਹ ਕੀਤਾ ਜਾਂ ਫਿਰ ਕਹਿਣਾ ਜੀ ਚਲੋ ਹੁਣ ਲੋਕਲ ਜ਼ਿੰਦਗੀ ਅਲੱਗ ਤਰੀਕੇ ਨਾਲ ਚੱਲਾਂਗੇ। ਔਰ ਫਿਰ ਜਦੋਂ ਅਸੀਂ ਬਾਹਰ ਕੰਮ ਕਰਕੇ ਆਏਗਾ, ਉਹ ਰਿਹਾ ਤੁਹਾਡੇ ਕੋਲ ਇੱਥੇ ਵੀ ਨਹੀਂ ਜਾਂਦਾ। ਬਿਲਕੁਲ, ਉਹ ਫਿਰ ਥੋੜਾ ਔਖਾ ਹੋ ਜਾਂਦਾ। ਹਾਂ, ਔਰ ਤੁਸੀਂ ਆਪਣਾ ਪ੍ਰੋਫਾਈਲ ਆਲਮੋਸਟ ਸਾਰੇ ਪਾਸੇ ਫਿਰ ਲੌਕ ਕਰ ਲੈਂਦੇ ਹੋ। ਪਰ ਅਗਰ ਤੁਸੀਂ ਸੈਰ ਸਪਾਟਾ ਇਹ ਆਉਣਾ ਜਾਣਾ ਰੱਖੋਗੇ, ਇੱਕ ਮੁਲਕ, ਦੂਜਾ ਮੁਲਕ, ਤੀਜਾ ਮੁਲਕ, ਚੌਥਾ ਮੁਲਕ, ਪੂਰੀ ਦੁਨੀਆ ਪਈ ਹੈ, ਜਿੱਥੇ ਮਰਜ਼ੀ ਘੁੰਮੋ ਫਿਰੋ। ਜੀ। ਸੋ ਅਗਰ ਇਸ ਤਰੀਕੇ ਨਾਲ ਸੋਚੋਗੇ, ਫਿਰ ਤੁਸੀਂ ਆਜ਼ਾਦ ਪੰਛੀ ਵਾਂਗੂ ਜਦੋਂ ਮਰਜ਼ੀ ਜਿੱਥੇ ਮਰਜ਼ੀ ਪਹੁੰਚ ਸਕਦੇ ਹੋ। ਵਾਕਈ ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਅੱਜ ਦੀ ਇਹ ਜਾਣਕਾਰੀ ਜਿਹੜੀ ਹੈ ਬਹੁਤ ਚੰਗੀ ਲੱਗੀ ਹੋਊਗੀ। ਔਰ ਜੇ ਤੁਸੀਂ ਵੀ ਕਿਤੇ ਨਾ ਕਿਤੇ ਪਰਿੰਦੇ ਹੋ, ਉਹ ਪਰਿੰਦੇ ਜਿਹੜੇ ਆਪਣੇ ਮੁਲਕ ਚੋਂ ਨਿਕਲ ਕੇ ਅਮਰੀਕਾ, ਕੈਨੇਡਾ ਵਸਣਾ ਚਾਹੁੰਦੇ ਨੇ, ਤੇ ਤੁਹਾਡੇ ਲਈ ਇਹ ਰਾਹ ਜਿਹੜੇ ਨੇ ਵਾਕਈ ਕਾਰਗਰ ਸਿੱਧ ਹੋਣਗੇ। ਤੁਸੀਂ ਦੇਖ ਰਹੇ ਸੀ ਪੰਜਾਬ ਚਰਚਾ। ਅਰਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।